प्यारी साध संगत जी, आओ सारे रसना नूं पवित्र करिए। एक बारी फिर शुकराना करते हुए, इस मालिक खालक दा धन्नवाद करते हुए सारे प्यार नाल बोलो जी, गज वज के बोलो और हिरदा परमात्मा नाल जोड़ के, हरि नाल जोड़ के बोलो जी, जय गुरुदेव, धन गुरुदेव, जय संतां जी। ਅਸੀਂ बहुत ही ਭਾਗਾਂ ਵਾਲੇ ਹਾਂ ਜੋ ਅਸੀਂ ਇਸ ਹਰੀ ਦੇ ਨਾਲ ਜੁੜ ਕੇ ਹਰੀ ਚਰਚਾ ਕਰਨ ਦੇ ਵਿੱਚ ਸ਼ਾਮਲ ਹੁੰਦੇ ਹਾਂ। ਇਹ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਹੈ। ਕਿਸੇ ਵੀ ਦੇਸ਼ ਵਿੱਚ ਅਸੀਂ ਕਿਉਂ ਨਾ ਰਹਿੰਦੇ ਹੋਈਏ, ਹਰ ਦੇਸ਼ ਦੇ ਵਿੱਚ ਜਿਹੜੇ ਅੱਜ ਕੱਲ੍ਹ ਖਰਚੇ ਵੱਧ ਗਏ ਨੇ, ਉਹਨਾਂ ਨੂੰ ਤੋਰਨ ਵਾਸਤੇ ਜਾਂ ਤੇ ਦੋਏ ਜੀ ਕੰਮ ਕਰਨ, ਪਤੀ ਪਤਨੀ, ਬੱਚੇ ਵੱਡੇ ਹੋ ਕੇ ਉਹ ਵੀ ਸਾਥ ਦੇਣ ਤਾਂ ਹੈ। ਲੇਕਿਨ ਇਸ ਕਲਯੁਗ ਦੇ ਵਿੱਚ ਇਹੋ ਜਿਹੀ ਸੋਚ ਲੋਕਾਂ ਦੀ ਹੋ ਗਈ ਹੈ ਕਿ ਬੱਚੇ ਸ਼ਾਦੀ ਬਾਅਦ ਚ ਹੁੰਦੀ ਹੈ, ਪਹਿਲਾਂ ਹੀ ਆਪੋ ਆਪਣੇ ਫਲੈਟ ਲਏ ਹੁੰਦੇ ਨੇ, ਵੱਖ ਹੋਣ ਦੀਆਂ ਪਹਿਲਾਂ ਗੱਲਾਂ ਕੀਤੀਆਂ ਹੁੰਦੀਆਂ, ਬੜ ਕੇ ਲੜਕੀ ਲੜਕਾ ਜੇ ਆਪਣੀ ਮਰਜ਼ੀ ਨਾਲ ਸ਼ਾਦੀ ਕਰਦੇ ਨੇ ਤੇ ਫਿਰ ਉਹਨਾਂ ਪਹਿਲਾਂ ਵਿਉਂਤਾਂ ਬਣਾਈਆਂ ਹੁੰਦੀਆਂ। ਲੇਕਿਨ ਮਾਤਾ ਪਿਤਾ ਵਾਸਤੇ ਉਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਨੇ, ਫਿਰ ਬੱਚਿਆਂ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਆਪ ਵੀ ਮਾਤਾ ਪਿਤਾ ਬਣਦੇ ਹਨ। ਜਦੋਂ ਹੀ ਕਿਸੇ ਬੱਚੇ ਦੇ, ਕਿਉਂਕਿ ਤਕਰੀਬਨ ਪਿਛਲੇ 55 ਸਾਲਾਂ ਤੋਂ ਦਾਸ ਨੂੰ ਯੂਰਪ ਦੇ ਵਿੱਚ, ਖਾਸ ਤੌਰ ਤੇ ਯੂਕੇ ਵਿੱਚ, ਹਰ ਬੱਚੇ ਦੇ ਵਿਆਹ ਸ਼ਾਦੀ ਜਾਂ ਦੁੱਖ ਸੁੱਖ ਵੇਲੇ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ। ਔਰ ਸਾਧ ਸੰਗਤ, ਜਦੋਂ ਵੀ ਪਹਿਲਾ ਬੱਚਾ ਹੁੰਦਾ ਹੈ ਤੇ ਫਿਰ ਉਹ ਟੈਲੀਫੋਨ ਕਰਕੇ ਵਧਾਈ ਵੀ ਲੈਂਦੇ ਵੀ ਹਨ, ਦਿੰਦੇ ਵੀ ਹਨ, ਤੇ ਦਾਸ ਉਹਨਾਂ ਨੂੰ ਪਹਿਲਾ ਸ਼ਬਦ ਇਹੀ ਕਹਿੰਦਾ ਹੈ ਕਿ ਪਿਤਾ ਬਣ ਕੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ। ਕਿਉਂਕਿ ਕਿਸੇ ਚੀਜ਼ ਦੀ ਕੀਮਤ ਤਾਂ ਹੀ ਅਸੀਂ ਪਾ ਸਕਦੇ ਹਾਂ ਉਹੋ ਜਿਹੇ ਬਣ ਕੇ। ਭਗਤੀ ਦੇ ਵਿੱਚ ਵੀ ਲੋਕਾਂ ਨੇ ਇਹਨੂੰ ਕਰਮ ਕਾਂਡ ਨਾਲ ਜੋੜਿਆ ਹੈ, ਪਰ ਭਗਤੀ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਅਸੀਂ ਆਪ ਉਸ ਪਦ ਤੇ ਪਹੁੰਚਨੇ ਹਾਂ, ਅਸੀਂ ਆਪ ਉਸ ਕੀਮਤ ਨੂੰ, ਉਸ ਕੀਮਤੀ ਹੀਰੇ ਨੂੰ ਪ੍ਰਾਪਤ ਅਸੀਂ ਕਰ ਲੈਂਦੇ ਹਾਂ। ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਸਾਨੂੰ ਫਰਮਾਇਆ ਹੈ, ਸ੍ਰੇਸ਼ਟ ਮਾਰਗ ਕਿਹੜਾ ਹੈ, ਜਿਹੜਾ ਉੱਤਮ ਮਾਰਗ ਹੈ ਉਹ ਕਿਹੜਾ ਹੈ। रविदास सदा ही राखिए मन में सहज स्वभाव। सहज स्वभाव रखना ये सब तो उत्तम मार्ग है। गुरमुखो प्यारियो, 7.5 अरब की आबादी है, ये कदे नहीं हो सकता कि सारिਆਂ को ਵੱਡੇ मकान हो, ये कदे नहीं हो सकता कि सारिਆਂ ਦੇ ਕੋਲ बैंक बैलेंस, बैंक ਵਿੱਚ ही पैसे चंगे होण, ये नहीं हो सकता। ये ना राम जी वेले होया, ना कृष्ण जी वेले होया, ना 10 गुरुआं वेले होया, ना सतगुरु रविदास जी वेले होया, ये होया नहीं है। ये परमात्मा की अपनी लीला है। इस वास्ते इस दे उत्ते कोई शोक करना, अफसोस करना, सतगुरु रविदास जी महाराज ने, गुरुआं पीरां ने आप ही कहा भी तुहानू मालक खालक ने जिहड़ा भी काम दिता है ਉਹਨੂੰ ईमानदारी नाल करो, ਉਹਨੂੰ मेहनत नाल करो, नेक कमाई करो। नेक कमाई
ਉਹ ਹਮੇਸ਼ਾ ਹੀ ਸਾਥ ਦਿੰਦੀ ਹੈ। ਦਾਸ ਬੱਚਿਆਂ ਨੂੰ ਕਿਹਾ ਕਰਦਾ, ਇੱਥੇ ਜਿਹੜੇ ਵੀ ਨੌਜਵਾਨ ਮਿਲਦੇ ਨੇ, ਜਿਹੜਾ ਬੰਦਾ 8 ਘੰਟੇ ਦੀ ਡਿਊਟੀ 'ਚ ਫੈਕਟਰੀ ਵਿੱਚ 9 ਘੰਟਿਆਂ ਦਾ ਕੰਮ ਕਰਕੇ ਆਏ, ਉਹ ਜਿੰਨਾ ਮਰਜ਼ੀ ਮੰਦਾ ਪੈ ਜੇ, ਮਾਲਕ ਉਹਨੂੰ ਨੌਕਰੀ ਤੋਂ ਨਹੀਂ ਕੱਢੇਗਾ। ਤੇ ਜਿਹੜਾ 8 ਘੰਟੇ ਪੂਰੇ ਹੀ ਕਰੇ, ਉਹਦੀ ਵਾਰੀ ਤੇ ਫਿਰ ਪਹਿਲਾਂ ਹੀ ਆ ਜਾਏਗੀ। ਰੱਬ ਦੇ ਦਰਬਾਰ ਦੇ ਵਿੱਚ ਵੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਕਿਹਾ ਕਿ ਸਭ ਤੋਂ ਸ੍ਰੇਸ਼ਟ ਮਾਰਗ ਇਹ ਹੈ, ਰਵਿਦਾਸ ਸਦਾ ਹੀ ਰਾਖੀਏ ਮਨ ਮੇ ਸਹਿਜ ਸੁਭਾਅ। ਕਿਸੇ ਚੀਜ਼ ਨੂੰ ਵੀ ਤੁਸੀਂ ਅੱਤ ਨਾਲ ਨਹੀਂ ਵੇਖਣਾ, ਸਹਿਜ ਸੁਭਾਅ ਹੈ। ਸਹਿਜ ਸੁਭਾਅ ਦੇ ਵਿੱਚ ਜੇ ਗੱਡੀ ਮਿਲ ਗਈ ਤਾਂ ਵੀ ਠੀਕ ਹੈ, ਨਹੀਂ ਮਿਲੀ ਤੇ ਬਸ ਹੀ ਠੀਕ ਹੈ। ਜੇ ਦਾਲ ਸਬਜ਼ੀ ਚੰਗਾ ਮਿਲ ਗਿਆ ਤਾਂ ਵੀ ਠੀਕ ਹੈ, ਨਹੀਂ ਤੇ ਅਚਾਰ ਤੇ ਸਾਡੇ ਘਰਾਂ 'ਚ ਹੁੰਦਾ ਹੀ ਹੈ। ਪ੍ਰੇਮ ਦੇ ਨਾਲ ਔਰ ਸਹਿਜ ਸੁਭਾਅ ਦੇ ਨਾਲ ਜਦੋਂ ਅਸੀਂ ਅਚਾਰ ਨਾਲ ਵੀ ਖਾਣਾ ਖਾਂਦੇ ਹਾਂ, ਮੈਨੂੰ ਯਾਦ ਹੈ ਇੱਕ ਗੱਠਾ ਪੁੱਟ ਕੇ ਆਪਣੇ ਖੇਤ ਚੋਂ ਉਹਦੇ ਨਾਲ ਰੋਟੀ ਦਾ ਜੋ ਸਵਾਦ ਆਉਂਦਾ ਸੀ, ਉਹ ਆਨੰਦ ਸੀ। ਪਿੱਛੇ ਜੇ ਮੈਂ ਕੁਝ ਵਰੇ ਪਹਿਲਾਂ ਇੰਡੀਆ ਗਿਆ ਸੀ, ਤੇ ਸਾਡੇ ਘਰ ਮੇਰੇ ਛੋਟੇ ਭਾਈ ਸਾਹਿਬ ਦੀ ਪਤਨੀ ਨੇ 2-3 ਸਬਜ਼ੀਆਂ ਬਣਾਈਆਂ, ਪਰ ਉਹਦੇ ਵਿੱਚ ਜਿਹੜਾ ਮੂਲੀ ਦੇ ਪੱਤਿਆਂ ਦੇ ਨਾਲ ਮੂਲੀ ਸੀ, ਉਹ ਮੈਨੂੰ ਬਹੁਤ ਸਵਾਦ ਲੱਗੀ। ਮੈਂ ਤੇ ਉਹਨੂੰ ਹੀ ਖਾਧਾ। ਇਹਨੂੰ ਕਹਿੰਦੇ ਨੇ ਕਿ ਜੋ ਠਾਕਰ ਦੇ ਦੇਵੇ, ਜਿਸ ਠਾਕਰ ਸਿਓ ਨਾਹੀ ਚਾਰਾ ਤਿਸ ਕੋ ਕੀਜੇ ਸਦ ਨਮਸਕਾਰ। ਉਸ ਦਾ ਜੋ ਮਾਲਕ ਦੇ ਦਿੰਦਾ, ਮਾਰੇ ਕਹਿੰਦੇ ਉਹ ਸਹਿਜ ਸੁਭਾਅ ਵਿੱਚ ਰਾਖੇ ਨਹੀਂ ਕੁਪੰਥ ਪੱਗ ਜੋ ਲੋਰੇ ਸਚਾਓ। ਜਿਸ ਨੂੰ ਸੁੱਖ ਚਾਹੀਦਾ, ਖੁਸ਼ੀ ਚਾਹੀਦੀ ਹੈ, ਉਹ ਫਿਰ ਬੁਰੇ ਕੰਮਾਂ ਵੱਲੋਂ ਤੋਂ ਮੁੜ ਜਾਂਦਾ ਹੈ। ਬੁਰੇ ਕਾਮ ਕੋਟ ਖਲੋਇਆ ਨਾਮ ਕੀ ਬੇਲਾ ਪੈ ਸੋਇਆ। ਕਿੰਨਾ ਅਸੀਂ ਦੇਖਦੇ ਹਾਂ, ਮੈਂ ਕਈ ਵਾਰੀ ਦੇਖਿਆ ਹੈ ਕਿ ਬੀਬੀਆਂ ਘਰ 'ਚ ਬੈਠੇ ਬੱਚਿਆਂ ਦੇ ਨਾਲ, ਜਦੋਂ ਤੁਸੀਂ ਕੋਈ ਫਿਲਮ ਵੇਖਦੇ ਹੋ, ਟੀਵੀ ਦੇਖਦੇ ਹੋ, ਜੇ ਕੋਈ ਬੱਚਾ ਬੋਲੇ ਤੇ ਉਸ ਵੇਲੇ ਬੀਬੀਆਂ ਕਹਿਣਗੇ ਚੁੱਪ, ਬੋਲਣਾ ਨਹੀਂ। ਫਿਲਮ ਦੇ ਵਿੱਚ ਵੇਖਣ ਦੇ ਵਿੱਚ ਮੇਰੇ ਵਿਘਨ ਨਾ ਪਾ। ਤੇ ਗੁਰੂ ਘਰ ਦੇ ਵਿੱਚ ਆਪਣੇ ਹੀ ਬੱਚੇ ਇੰਨਾ ਰੌਲਾ ਪਾਈ ਜਾਂਦੇ ਨੇ, ਕੋਈ ਨਹੀਂ ਕਹਿੰਦਾ ਤੂੰ ਚੁੱਪ ਕਰ, ਨਾ ਚੁੱਪ ਕਰਾਉਣਗੇ। ਤੋ ਸਾਧ ਸੰਗਤ, ਅੱਜ ਦਾਸ ਸਾਹਿਬ ਜੀ ਨਾਲ ਸਤਿਗੁਰਾਂ ਦੀ ਜੋ ਲੀਲਾ ਹੈ, ਜੋ ਸਤਿਗੁਰਾਂ ਦਾ ਹੁਕਮਨਾਮੇ ਨੇ, ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਅੱਜ ਦੁਨੀਆ ਦੇ ਵਿੱਚ ਕੇਵਲ ਤੇ ਕੇਵਲ ਵੰਡੀਆਂ ਪਾ ਰਹੀਆਂ ਲੋਕਾਂ ਨੇ, ਗੁਰੂਆਂ ਨੂੰ ਵੰਡ ਲਿਆ, ਲੋਕਾਂ ਨੇ ਗ੍ਰੰਥਾਂ ਨੂੰ ਵੰਡ ਲਿਆ, ਔਰ ਉਹਨੂੰ ਵੰਡ ਦਿੱਤਾ ਹੈ ਮੇਰੇ ਨੇ ਆ, ਮੇਰੇ ਨੇ ਆ, ਮੇਰੇ। ਤੁਸੀਂ ਜੇ ਚਾਹੋ ਕਿ ਕਿਸੇ ਮਸਜਿਦ ਵਿੱਚ ਜਾ ਕੇ ਰਾਮ ਰਾਮ ਕਰ ਲਓ, ਹਰੀ ਹਰੀ ਕਰ ਲਓ, ਉਹਨਾਂ ਨੂੰ ਲੱਗਦਾ ਸਾਡਾ ਧਰਮ ਹੀ ਭ੍ਰਿਸ਼ਟ ਕਰ ਦਿੱਤਾ। ਕਿਸੇ ਮੰਦਿਰ ਵਿੱਚ ਅੱਲਾ ਦਾ ਨਾਂ ਨਹੀਂ ਲੈ ਸਕਦੇ। ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 36 ਭਗਤਾਂ ਦੀ ਬਾਣੀ ਹੈ, 6 ਗੁਰੂਆਂ ਦੀ, ਔਰ ਲੇਕਿਨ ਜਿਹੜੇ 36 ਭਗਤਾਂ ਦੀ ਬਾਣੀ ਹੈ, 6 ਗੁਰੂਆਂ ਦੀ ਹੈ। ਅਸੀਂ ਗੁਰੂ ਘਰਾਂ ਦੇ ਵਿੱਚ 6 ਗੁਰੂਆਂ ਦੀਆਂ ਫੋਟੋ ਤੇ ਲਾਈਆਂ ਨੇ, ਕੀ ਅਸੀਂ ਉਹ 36 ਭਗਤਾਂ ਦੀ ਵੀ ਲਾਈ ਹੈ? ਕਿਉਂਕਿ ਯਾਦ ਰੱਖੀਏ,
ਜਿੰਨਾ ਚਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਸੰਤਾਂ ਦੀ ਬਾਣੀ ਵਿੱਚ ਸ਼ਾਮਲ ਨਹੀਂ ਕੀਤੀ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੰਪੂਰਨ ਨਹੀਂ ਸੀ ਮੰਨਿਆ। ਸੰਪੂਰਨ ਤਦੇ ਮੰਨਿਆ ਜਦ ਉਹਨਾਂ ਹਿੰਦੁਸਤਾਨ ਦੇ ਹਰ ਕੋਨੇ ਚੋਂ ਜਿਹੜੇ ਬ੍ਰਹਮ ਗਿਆਨੀ ਸੰਤ ਹੋਏ ਨੇ, ਜਿਹੜੇ ਗੁਰੂ ਪੀਰ ਹੋਏ ਨੇ, ਹਰ ਕੌਮ 'ਚ ਹੋਏ ਨੇ, ਹਰ ਦੇਸ਼ 'ਚ ਹੋਏ ਨੇ, ਹਰ ਪ੍ਰਾਂਤ 'ਚ ਹੋਏ ਨੇ, ਹਰ ਭਾਸ਼ਾ 'ਚ ਹੋਏ ਨੇ, ਔਰ ਉਹਨਾਂ ਨੇ ਭਾਈ ਗੁਰਦਾਸ ਜੀ ਔਰ ਭਾਈ ਬੰਨੋ ਜੀ ਤੇ ਹੋਰ ਸਾਥੀਆਂ ਦੀ ਡਿਊਟੀ ਲਾਈ ਕਿ ਤੁਸੀਂ ਉਹ ਸ਼ਬਦ ਉਹ ਬਾਣੀਆਂ ਜਿਹੜੀਆਂ ਬ੍ਰਹਮ ਗਿਆਨ ਤੇ ਆਧਾਰਿਤ ਨੇ ਔਰ ਉਹਨਾਂ ਨੂੰ ਲਿਆਓ, ਔਰ ਕਿਸੇ ਵੀ ਸੰਤ ਗੁਰੂ ਦੇ ਵਿੱਚ ਫਰਕ ਨਹੀਂ ਗਿਣਨਾ, ਸਾਰੇ ਆਪਣੇ ਨੇ, ਸਭ ਹੀ ਸ਼ੋਭਾ ਦੇ, ਉਹ ਸਾਰਿਆਂ ਦੀ ਸ਼ੋਭਾ ਹੋਵੇ। ਔਰ ਉਹਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1390 ਸਫ਼ੇ ਦੇ ਉੱਤੇ ਉਹਨਾਂ ਨੇ ਅੰਕਿਤ ਕਰ ਦਿੱਤਾ, ਅੱਜ ਸਾਨੂੰ ਆਪਣੀ ਪੀੜ੍ਹੀ ਇੱਕ ਸੋਟਾ ਫੇਰਨ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠ ਕੇ ਜਾਂ ਅੰਮ੍ਰਿਤ ਬਾਣੀ ਦੀ ਹਜ਼ੂਰੀ 'ਚ ਬੈਠ ਕੇ ਜੇ ਅਸੀਂ ਉਹਨਾਂ ਤੋਂ ਉਲਟ ਬਚਨ ਕਰਾਂਗੇ, ਸਪੀਚਾਂ ਕਰਾਂਗੇ, ਵਿਚਾਰਾਂ ਕਰਾਂਗੇ, ਕਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਖੁਸ਼ ਕਰ ਸਕਦੇ? ਕੋਈ ਸਾਧਨ ਨਹੀਂ, ਇੱਕੋ ਸਾਧਨ ਹੈ। ਮੈਂ ਕਿਹਾ ਕਰਦਾ ਕਿ ਪਿਤਾ ਨੇ ਚਿੱਠੀ ਪਾਈ ਬੇਟੇ ਨੂੰ ਪੰਜਾਬ ਚੋਂ ਕਿ ਬੇਟਾ ਤੁਸੀਂ ਚਿੱਠੀ ਵਿੱਚ ਬੜਾ ਕੁਝ ਲਿਖਿਆ ਵੀ ਹੁਣ ਤੁਹਾਡੇ ਜਾਣ ਤੇ ਵੀ ਖਰਚਾ ਕੀਤਾ ਸੀ, ਥੋੜੇ ਜਿਹੇ ਪੈਸੇ ਭੇਜ ਦਿਓ। ਪੁੱਤਰ ਨੇ ਪਿਓ ਦੀ ਚਿੱਠੀ ਨੂੰ ਬਹੁਤ ਵਧੀਆ ਫਰੇਮ ਦੇ ਵਿੱਚ ਸ਼ੀਸ਼ੇ 'ਚ ਮੜਾਇਆ ਔਰ ਘਰ ਲਾਤੀ। ਚਿੱਠੀ ਘਰ ਟੰਗ ਦਿੰਦੀ ਹੈ, ਰੋਜ਼ ਆਪ ਵੀ ਪੜ੍ਹਦਾ ਤੇ ਬਾਕੀ ਬੱਚਿਆਂ ਨੂੰ ਕਹਿੰਦਾ ਪੜ੍ਹਿਆ ਕਰੋ, ਤੁਹਾਡੇ ਦਾਦੇ ਦੀ ਚਿੱਠੀ ਹੈ, ਤੁਹਾਡੇ ਪਤਨੀ ਨੂੰ ਕਹੇ ਤੁਹਾਡੇ ਸਹੁਰੇ ਦੀ ਚਿੱਠੀ ਹੈ, ਪੜ੍ਹਿਆ ਕਰੋ। ਲੇਕਿਨ ਢੇਲਾ ਇੱਕ ਨਹੀਂ ਭੇਜਿਆ। ਦੱਸੋ ਉਹ ਮਾਪੇ ਕਿਵੇਂ ਖੁਸ਼ ਹੋਣਗੇ? ਅਸੀਂ ਸਾਰੇ ਹੀ ਇਸੇ ਪਾਸੇ ਤੁਰ ਪਏ ਹਾਂ, ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਸਾਰੇ ਗੁਰੂਆਂ ਪੀਰਾਂ ਨੂੰ ਇੱਕ ਗਿਣਿਆ ਔਰ ਕਹਿੰਦੇ ਨੇ ਸਤਿਯੁਗ ਤੈ ਮਾਨਿਓ ਫਛਲਿਓ ਬਲ 52 ਪਇਓ। ਉੱਥੇ ਵੀ ਬਲੀ ਨੂੰ ਕਿਸ ਤਰੀਕੇ ਨਾਲ ਕਹਿੰਦੇ ਸਤਿਯੁਗ ਦੇ ਵਿੱਚ ਵੀ ਤੂੰ ਹੀ ਸੈਂ, ਤੂੰ ਹੀ ਅਵਤਾਰ ਬਣ ਕੇ ਆਇਆ ਸੈਂ। ਔਰ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਜਿੰਨੇ ਗੁਰੂ ਪੀਰ ਆਏ ਨੇ ਆਪ ਨਾਰਾਇਣ ਕਲਾਤਾਰ ਜਗ में परवरियो। बल्कि इस तरह विश्वास है कि हर इंसान जो है ये हरि का रूप है। ये ਉਹ ਧਾਰਮਿਕ ਪਦਵੀ ਹੈ ਸਾਡੇ ਵਿੱਚੋਂ ਜਿਹੜਾ ਵੀ ਇਸ ਨੂੰ ਪ੍ਰਾਪਤ ਕਰ ਲੇਗਾ ਉਹਦਾ ਜੀਵਨ ਸਫਲ ਹੋ ਜਾਏਗਾ। ਜਿਹੜਾ ਤੇਰ ਮੇਰ ਕਰੇਗਾ ਇਹ ਕਬੀਰ ਪੰਥੀ ਹੈ, ਇਹ ਫਲਾਣਾ ਹੈ, ਟਮਕਾਣਾ ਹੈ। ਸਾਧ ਸੰਗਤ ਮੈਂ ਇੰਗਲੈਂਡ ਆਉਣ ਤੋਂ ਪਹਿਲਾਂ ਜਦੋਂ ਮੈਟ੍ਰਿਕ ਕੀਤੀ 1960 ਤੋਂ ਬਾਅਦ ਥੋੜ੍ਹੀ ਦੇਰ ਯੂਪੀ ਦੇ ਵਿੱਚ ਅਸੀਂ ਕੱਪੜਾ ਵੇਚਦੇ ਸਾਂ, ਯੂਪੀ 'ਚ, ਬਿਹਾਰ 'ਚ, ਬੰਗਾਲ 'ਚ ਵੀ। ਔਰ ਯੂਪੀ ਵਿੱਚ ਇਹ ਵੇਖਿਆ ਕਿ ਜਿਹੜਾ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮੰਨਦਾ ਹੈ ਉਹਨੂੰ ਸਵੇਰੇ ਸਵੇਰੇ ਤੁਸੀਂ ਕਿਤੇ ਮਿਲ ਪਏ ਤੇ ਰਾਮ ਰਾਮ ਕਹਿ ਦਿਓ ਤੇ ਉਹ ਲੜ ਪੈਂਦਾ ਸੀ ਕਿ ਮੈਨੂੰ ਤੁਸੀਂ ਰਾਧੇ ਰਾਧੇ ਕਰੋ। ਤੇ ਜੇ ਕਿਸੇ ਸ਼੍ਰੀ ਰਾਮ ਨੂੰ ਮੰਨਣ ਵਾਲੇ ਨੂੰ ਰਾਧੇ ਰਾਧੇ ਕਹਿ ਦਿਓ ਉਹ ਲੜ ਪੈਂਦੇ।
ਬਹੁਤ ਝਗੜੇ ਹੋਏ ਨੇ ਸ਼ਿਵਾ ਦੇ ਵਿੱਚ ਤੇ ਵੈਸ਼ਨਵ ਦੇ ਵਿੱਚ। ਹਾਲਾਂਕਿ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਆਪ ਨਾਰਾਇਣ ਕਲਾਧਾਰ ਜਗ ਮੇ ਪਰਵਰਿਓ। ਜੇ ਇਹ ਗੱਲ ਸਹੀ ਹੈ ਕਿ ਪਹਿਲਾਂ ਹੋਰ ਕੁਝ ਨਹੀਂ ਸੀ, ਸਿਰਫ ਨਿਰਾਕਾਰ ਬ੍ਰਹਮ ਸੀ, ਤੇ ਨਿਰਾਕਾਰ ਦੇ ਵਿੱਚੋਂ ਹੀ ਬਿਗ ਬੈਂਗ ਹੋਇਆ। ਸਾਇੰਸ ਵਾਲੇ ਇਹ ਮੰਨਦੇ ਨੇ, ਧਰਮ ਵਾਲੇ ਇਹ ਕਹਿੰਦੇ ਨੇ ਕਿ ਪਹਿਲਾਂ ਹਰੀ ਹੋਈ ਸੀ, ਔਰ ਹਰੀ ਦੇ ਵਿੱਚੋਂ ਹੀ ਇਹ 9 ਖੰਡ ਪ੍ਰਿਥਵੀ ਪੈਦਾ ਹੋਈ। ਸੂਰਜ, ਚੰਦ, ਤਾਰੇ, ਧਰਤੀ, ਅਗਨੀ, ਜਲ, ਵਾਯੂ, ਜੀ, ਆਕਾਸ਼ ਇਹਦੇ ਵਿੱਚੋਂ ਹੀ ਪੈਦਾ ਹੋਏ। ਔਰ ਗੁਰਮੁਖੋ ਪਿਆਰਿਓ, ਜੇ ਇਹਦੇ ਵਿੱਚੋਂ ਹੀ ਪੈਦਾ ਹੋਏ ਨੇ ਤੇ ਫਿਰ ਸਾਰੇ ਇਹਦਾ ਹੀ ਰੂਪ ਨੇ। ਮੈਂ ਇੱਕ ਵਾਰੀ ਕਿਹਾ ਸੀ ਕਿ ਕਣ ਕਣ ਵਿੱਚ ਭਗਵਾਨ ਤੇ ਤੁਸੀਂ ਕਹਿੰਦੇ ਹੋ ਹੈ, ਅਖਬਾਰਾਂ 'ਚ ਵੀ ਆਇਆ ਸੀ, ਪਰ ਮੇਰਾ ਇਹ ਵਿਸ਼ਵਾਸ ਹੈ ਕਣ ਕਣ ਹੀ ਭਗਵਾਨ। ਜੇ ਪਹਿਲਾਂ when nothing was, ਜੇ ਪਹਿਲਾਂ ਕੁਝ ਨਹੀਂ ਸੀ, ਗਾਡ ਵਾਜ਼, ਤੇ ਫਿਰ ਹੋਰ ਕਿਤੋਂ ਤੇ ਆਇਆ ਨਹੀਂ, ਜੋ ਪਹਿਲਾਂ ਸੀ ਉਹਦੇ ਵਿੱਚੋਂ ਹੀ ਆਇਆ। ਸੋ ਜਿੰਨੇ ਗੁਰੂ ਪੀਰ ਅਵਤਾਰ ਨੇ, ਮਹਾਰਾਜ ਕਹਿੰਦੇ ਨੇ ਕਿ ਸਤਯੁਗ ਵਿੱਚ ਵੀ ਤੂੰ ਹੀ ਸੈਂ 52 ਅਵਤਾਰ। ਸਤਯੁਗ ਤੈ ਮਾਣਿਓ ਛਲਿਓ ਬਲ 52 ਭਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ। ਇਹ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 1390 ਸਫ਼ੇ ਤੋਂ ਆਪ ਜੀ ਨਾਲ ਸਾਂਝ ਪਾ ਰਿਹਾ ਕਿ ਦੋਸਤੋ ਇਹ ਯਾਦ ਰੱਖੋ, 52 ਅਵਤਾਰ ਵੀ ਇਹੀ ਸੀ। ਤੂੰ ਹੀ ਸੈ ਮਾਲਕਾ, ਕੋਈ ਹੋਰ ਨਹੀਂ ਸੀ। ਔਰ ਫਿਰ ਰਾਮ ਵੀ ਤੂੰ ਹੀ ਸੈ, क्योंकि जिधर देखता हूं उधर तू ही तू है, हर सू में जलवा तेरा हू बहू है। फिर तो सब पासे ये आप ही है। इस लिए श्री गुरु ग्रंथ साहब जी महाराज सानू वरजदे ने कि तुसी गुरुआं पीरां नू मित्रो नहीं वंडना। अज सानू सोचण दी जरूरत है कि जिन्हां जिन्हां दी घालना ते कमाई इकट्ठी करके श्री गुरु अर्जन देव जी ने श्री गुरु ग्रंथ साहब की सिरजना की, वो एक एक पूजन योग है। और मारे कहते त्रेता तय मानियो राम रघुवंश कहायो। रघुवंश रघुवंशी कहते ने वो खानदान सी दशरथ दा, जिथे राम जी का जन्म होया। कहते ने हे अकाल पुरख, हे हरि, तू ही उस है। और फिर मारे कहते ने कि द्वापर कृष्ण मुरार कंस किरतारथ कीओ। द्वापर दे विच तू सतगुरु दा रूप कृष्ण सी, कंस नू तू ही पार उतारा कीता। आओ साध संगत, दास कांशी टीवी दे जिन्ने दर्शक हो, आप सारे प्यारे हो, लीकीरां ना खिंचण देना। लोकी धर्म के नां ते जिवें वंड दिते गए ने बहुत दुर्भागपूर्ण है। साध संगत सियासतदाना ने मार के रख दिता। आ तुसी आ जिहड़े अफगानिस्तान तो उजड़ के हिंदू ते सिख आए ने, जरा इन्हां तो ही सिख लो। ये जर्मनी विच भी ने, इंग्लैंड विच भी ने, होर जगह भी ने। साडे इत्थे समैधिक दे विच जो समैधिक दा सब तो पहला गुरु घर है, ਉਹਦੇ ਤੋਂ 100 गज भी दूर नहीं जिथे ਉਹ अपना बना रहे ने गुरु घर। श्री गुरु ग्रंथ साहब जी की भीड़ भी हुई होनी है, सब कुछ हुई होना, लेकिन
ਉਹ ਜਿਹੜੇ ਚਲਾਉਣ ਵਾਲੇ ਨੇ, ਦਾਸ ਨੇ ਵੇਖਿਆ ਬੜੇ ਸਾਲ ਇੱਕ ਐਸਨ ਦੇ ਵਿੱਚ ਇਹ ਜਿਹੜੇ ਅਫਗਾਨੀ ਆਏ ਨੇ ਉਹਨਾਂ ਨੇ ਮੰਦਿਰ ਬਣਾਇਆ ਸੀ, ਔਰ ਬੜੇ ਸਾਲ ਦਾਸ ਨੇ ਜਦੋਂ ਵੀ ਜਾਣਾ ਮੰਦਿਰ ਦੇ ਵਿੱਚ ਉਹਨਾਂ ਨੇ ਪ੍ਰਵਚਨ ਕਰਵਾਣੇ, ਸਤਸੰਗ ਕਰਵਾਣਾ। ਦਾਸ ਨੂੰ ਨਹੀਂ ਸੀ ਪਤਾ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੋਇਆ। ਮੈਨੂੰ ਨਹੀਂ ਸੀ ਪਤਾ, ਲੇਕਿਨ ਸੀਗਾ, ਕਿਉਂਕਿ ਮੰਦਿਰ ਸੀ। ਦਾਸ ਆਟੋਮੈਟਿਕ ਸੋਚ ਲੈਣਾ ਕਿ ਰਮਾਇਣ ਪਈ ਹੋਣੀ ਆ, ਉਹਦਾ ਪ੍ਰਕਾਸ਼ ਕੀਤਾ ਹੋਣਾ। ਲੇਕਿਨ ਇੱਕ ਵਾਰੀ ਅਸੀਂ ਯੂਰਪੀਅਨ ਪਾਰਲੀਮੈਂਟ ਜਾਣਾ ਸੀ ਤੇ ਪੂਰੀ ਬੱਸ ਸੀ। ਮੇਰੇ ਨਾਲ ਇੱਥੇ ਵਾਲਸਾਲ ਗੁਰੂ ਘਰ ਦੇ ਪ੍ਰਧਾਨ ਵੀ ਸਨ, ਵੁਲਵਰਹੈਂਪਟਨ ਦੇ ਵੀ ਸਨ। ਉਹਨਾਂ ਨੇ ਜਾ ਕੇ ਜਦੋਂ ਵੇਖਿਆ ਤੇ ਉਦੋਂ ਪਤਾ ਲੱਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਸੰਤ ਜਨੋਂ ਕੋਈ ਫਰਕ ਨਹੀਂ ਸੀ ਉਹਨਾਂ ਲੋਕਾਂ ਨੂੰ। ਜਿਹੜੇ ਲੋਕ ਸਿਆਸਤ ਪਾਰਟੀਸ਼ਨ ਤੋਂ ਬਾਅਦ ਸ਼ੁਰੂ ਹੋਈ ਹੈ, ਪਾਰਟੀਸ਼ਨ ਤੋਂ ਪਹਿਲਾਂ ਮੁਸਲਮਾਨ, ਹਿੰਦੂ, ਸਿੱਖ ਸਾਰੇ ਇਕੱਠੇ ਰਹਿੰਦੇ ਸਨ, ਕੋਈ ਫਰਕ ਨਹੀਂ ਸੀ, ਪਿਆਰ ਨਾਲ ਪਿੰਡਾਂ ਦੇ ਵਿੱਚ ਵਸਦੇ ਸਨ। ਲੇਕਿਨ ਐਸਾ ਉੱਥੇ ਨਫ਼ਰਤ ਦਾ ਬੀਜ ਬੀਜਿਆ ਗਿਆ ਜਿਸ ਨੇ ਮਾਨਵਤਾ ਨੂੰ ਵੰਡ ਕੇ ਰੱਖ ਦਿੱਤਾ। ਅੱਜ ਤੁਸੀਂ ਕਿਸੇ ਵੀ ਮੰਦਿਰ ਦੇ ਵਿੱਚ, ਹਾਲਾਂ ਉੱਥੇ ਤੇ ਕਈ ਵਾਰੀ ਪ੍ਰਵਚਨ ਕਰੀਦੇ ਨੇ ਬਾਣੀ ਤੋਂ, ਲੇਕਿਨ ਸਾਧ ਸੰਗਤ ਅੱਜ ਆਮ ਦੇਖੋ ਗੁਰੂ ਘਰਾਂ ਦੇ ਵਿੱਚ ਕੀ ਅਸੀਂ ਰਮਾਇਣ ਦੀ ਕਥਾ ਕਰ ਸਕਨੇ ਹਾਂ, ਸ਼੍ਰੀਮਦ ਭਗਵਦ ਗੀਤਾ ਦੀ ਕਰ ਸਕਨੇ ਹਾਂ, ਕੀ ਅੰਮ੍ਰਿਤ ਬਾਣੀ ਦੀ ਕਰ ਨਹੀਂ। ਹਾਲਾਂਕਿ ਉਹ ਲੀਡਰਾਂ ਨੇ ਬਣਾਇਆ। ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਦੁਆਪਰ ਤੇ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ। ਦੁਆਪਰ ਦੇ ਵਿੱਚ हे ਅਕਾਲ ਪੁਰਖ, हे ਹਰੀ, हे परमात्मा, ਤੂੰ ਆਪ ਹੀ ਸੈਂ। ਔਰ ਫਿਰ ਕਹਿੰਦੇ ਨੇ ਉਗਰਸੈਨ ਕੋ ਰਾਜ ਬੈ ਭਗਤੇ ਜਨ ਦਿਓ। ਕਹਾਣੀ ਤੁਹਾਨੂੰ ਪਤਾ ਹੈ। ਉਗਰਸੈਨ ਜੀ ਨਾਨਾ ਜੀ ਸਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ, ਕੰਸ ਮਾਮਾ ਸੀ। ਔਰ ਮਾਮੇ ਨੂੰ ਕਿਸੇ ਨੇ ਵਹਿਮ ਪਾਤਾ, ਜਿਵੇਂ ਹੁਣ ਵੀ ਇੱਥੇ ਵਹਿਮ ਪਾ ਦਿੰਦੇ ਨੇ। ਐਨ ਵਹਿਮ ਪਾ ਦੇਣਗੇ ਪਿੰਡਾਂ ਦੇ ਵਿੱਚ, ਤੇ ਖਾਸ ਤੌਰ ਤੇ ਇੱਥੇ ਮੈਂ ਤੇ ਹੈਰਾਨ ਹੁੰਦਾ ਜਦੋਂ ਇੰਗਲੈਂਡ ਵਰਗੇ ਦੇਸ਼ 'ਚ ਵੀ ਵਹਿਮ ਲੋਕੀ ਪਾ ਦਿੰਦੇ ਨੇ ਕਿ ਤੂੰ ਇਹ ਕਰ, ਇਹ ਕਰ, ਇਹ ਸੈਕਰੀਫਾਈਸ ਕਰ, ਇਹਦੀ ਬਲੀ ਦਿਓ, ਇਹਦਾ ਉਹ ਕਰੋ। ਕੰਸ ਨੂੰ ਕਿਸੇ ਨੇ ਵਹਿਮ ਪਾਤਾ ਕਿ ਜਿਹੜਾ ਤੇਰਾ ਭਾਣਜਾ ਹੋਏਗਾ ਉਹੀ ਤੇਰੀ ਮੌਤ ਦਾ ਕਾਰਨ ਬਣੇਗਾ। ਔਰ ਸਾਧ ਸੰਗਤ, ਉਹਨੇ ਆਪਣੇ ਪਿਓ ਨੂੰ ਤੋਂ ਰਾਜ ਖੋਹ ਲਿਆ ਉਗਰਸੈਨ ਤੋਂ, ਔਰ ਆਪਣੇ ਭੈਣ ਭਣਵਈਏ ਨੂੰ ਕੈਦ ਵਿੱਚ ਪਾ ਦਿੱਤਾ। ਔਰ ਉਹਨਾਂ ਦਾ ਕੋਈ ਵੀ ਬੱਚਾ ਹੋਵੇ ਉਹ ਪਹਿਲੇ ਮਾਰਦੇ, ਉੱਥੇ ਦੱਸਿਆ ਸੀ। ਉਹਨਾਂ ਪਹਿਰੇਦਾਰਾਂ ਨੂੰ ਦੱਸਿਆ ਸੀ ਕਿੰਨੇ ਭੈਣ ਭਰਾ ਉਹਨੇ ਮਾਰਤੇ। ਯਾਨੀ ਇਹੋ ਜਿਹੇ ਵੀ ਗੁਰੂ ਪੀਰ ਹੋਏ ਨੇ, ਕ੍ਰਿਸ਼ਨ ਭਗਵਾਨ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਮਾਰਨ ਦੀ ਤਿਆਰੀਆਂ ਲੋਕਾਂ ਕੀਤੀ ਸੀ। ਜਿਸ ਤਰ੍ਹਾਂ ਭਗਵਾਨ ਸ਼੍ਰੀ ਯਸ਼ੂ ਮਸੀਹ ਦੇ ਜਨਮ ਤੋਂ ਪਹਿਲਾਂ ਹੀ ਕਿਵੇਂ ਤਿਆਰੀਆਂ ਕੀਤੇ, ਬੱਚਾ ਜੰਮਣਾ ਹੀ, ਹੁਣ ਤੋਂ ਸਾਰੇ ਬੱਚੇ ਹੀ ਮਰਵਾ ਦਿੱਤੇ ਸੀ। ਲੇਕਿਨ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਜਿਸ ਦਾ ਸਾਹਿਬ ਡਾਡਾ ਹੋਵੇ ਉਸ ਨੂੰ ਮਾਰ ਸਕੇ ਨਾ ਕੋਈ। ਸਾਧ ਸੰਗਤ, ਅੱਜ ਇਤਿਹਾਸ ਸਾਡੇ ਸਾਹਮਣੇ, ਔਰ ਕਿਸ ਤਰੀਕੇ ਨਾਲ ਜੇਲ੍ਹ ਦੇ ਵਿੱਚੋਂ ਕ੍ਰਿਸ਼ਨ ਭਗਵਾਨ ਬਚ ਕੇ ਗਏ, ਔਰ ਫਿਰ ਕੰਸ ਕਿਰਤਾਰਥ ਕੀਓ। ਹਾਲਾਂਕਿ ਇੰਨੇ ਭੈਣ ਭਰਾ ਮਾਰੇ, ਲੇਕਿਨ ਗੁਰੂ ਦੇ ਹੱਥੋਂ ਉਹਦੀ ਮੌਤ ਲਿਖੀ ਸੀ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਕਿ ਬਿਲਕੁਲ ਉਹਨੇ
ਉਗਰਸੈਨ ਨੂੰ ਫਿਰ ਵਾਪਸ ਰਾਜ ਦਿੱਤਾ, ਆਪਣੇ ਨਾਨੇ ਨੂੰ। ਕੰਸ ਨੂੰ ਮਾਰ ਕੇ ਤੇ ਉਹਨਾਂ ਨੇ ਆਪ ਰਾਜ ਨਹੀਂ ਲੈ ਲਿਆ, ਆਪਣੇ ਰਾਜ ਜਿਹੜਾ ਹੈ ਵਾਪਸ ਉਹਨਾਂ ਨੇ ਦੇਤਾ ਤੇ ਭਗਤ ਉਹਨਾਂ ਨੂੰ ਦਾਨ ਦਿੱਤਾ। ਫਿਰ ਕਹਿੰਦੇ ਨੇ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਹੁਣ ਨਾਵਾਂ ਦਾ ਫਰਕ ਹੈ, ਲੇਕਿਨ ਤਾਕਤ ਤੇ ਸ਼ਕਤੀ ਉਹੀ ਹੈ, ਉਹੀ ਸੋਰਸ ਜਿਹਨੂੰ ਕਿਹਾ ਜਾਂਦਾ ਹੈ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ। ਹਰ ਸੰਤ ਇਹ ਗੱਲ ਕਹਿੰਦਾ। ਅੱਜ ਦੀ ਡੇਟ ਵਿੱਚ ਵੀ ਮੈਨੂੰ ਕੋਈ ਐਸਾ ਸੰਤ ਨਹੀਂ ਮਿਲਿਆ ਜਿਹੜਾ ਸੰਤਾਂ ਵਿੱਚ ਫਰਕ ਪਾਵੇ। ਕਈ ਵਪਾਰੀ ਨੇ, ਉਹ ਸੰਤ ਨਹੀਂ ਹੁੰਦੇ। ਜਿਹੜੇ ਸੱਚੇ ਸੰਤ ਨੇ ਉਹ ਸੰਤਾਂ ਵਿੱਚ ਫਰਕ ਨਹੀਂ ਪਾਉਂਦੇ, ਉਹ ਵੰਡੀਆਂ ਨਹੀਂ ਪਾਉਂਦੇ, ਉਹ ਸਾਰਿਆਂ ਨੂੰ ਇੱਕ ਕਰਦੇ ਹਨ। ਕਿਉਂ? ਕਿ ਪੈਦਾ ਕਰਨ ਵਾਲਾ ਇੱਕ ਹੈ। ਦੁਨੀਆ 'ਚ ਇੱਕੋ ਹੀ ਤੇ ਸ਼ਕਤੀ ਹੈ ਜਿਹੜੀ ਇੱਕ ਹੈ। ਸੂਰਜ ਚੰਦ ਤਾਰੇ ਅਨੇਕ ਨੇ, ਧਰਤੀਆਂ ਵੀ ਅਨੇਕਾਂ ਨੇ। ਆਕਾਸ਼ਾਂ ਆਕਾਸ਼, ਪਾਤਾਲਾਂ ਪਾਤਾਲ, ਓਟ ਕੋਟ ਭਾਲ ਥਕੇ ਵੇਦ ਕਹਿਣ ਕਵਾਤ, ਸਹਿਸ 18 ਕਹਿਣ ਕਿਤੇਬਾ ਸਰੂਪ ਧਾਤ। ਬਹੁਤ ਨੇ, ਲੇਕਿਨ ਇੱਕੋ ਸ਼ਕਤੀ ਇੱਕ ਹੈ ਜਿਸ ਨੇ ਇਹ ਸਾਰੀ ਚੀਜ਼ ਪੈਦਾ ਕੀਤੀ। ਔਰ ਗੁਰਮੁਖੋ ਪਿਆਰਿਓ, ਜਿਹਨੂੰ ਇਹਦਾ ਬੋਧ ਨਹੀਂ, ਜਿਹਨੂੰ ਇਸ ਦਾ ਗਿਆਨ ਨਹੀਂ, ਉਹ ਵਹਿਮ ਭਰਮ ਵਿੱਚ ਪੈ ਸਕਦਾ। ਪਰ ਜਿਸ ਨੂੰ ਬੋਧ ਹੋ ਜਾਂਦਾ ਹੈ, ਜਿਹਨੂੰ ਅਹਿਸਾਸ ਹੋ ਜਾਂਦਾ ਹੈ ਮਾਲਕ ਦਾ, ਕਿਸ ਮਾਲਕ ਦਾ, ਜਿਹਦੇ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਪ ਸਾਹਿਬ ਸਾਰੇ ਦਾ ਸਾਰਾ ਡੈਫੀਨੇਸ਼ਨ ਹੈ ਅਕਾਲ ਪੁਰਖ ਦੀ, ਹਰੀ ਦੀ, ਜਿਹਦੇ ਬਾਰੇ ਕਹਿ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹੀਂ ਜੇ। ਐਸਾ परमात्मा ਜਿਹਦਾ ਚੱਕਰ ਚੇਨ ਨਹੀਂ ਹੈ, ਜਾਤ ਪਾਤ ਨਹੀਂ ਹੈ, रूप रंग अर रेख पे कोई कह ना सकत। वंडियां ते तुसी ओदियां पाओगे जिहदा रूप रंग होएगा, जिहदा रूप रंग ही नहीं, जिहदा रूप रंग रेख ही नहीं है, ਉਹਨੂੰ ਕਿਵੇਂ ਵੰਡ ਲੋਗੇ? ਸਾਧ ਸੰਗਤ ਕੋਈ ਚੀਜ਼ ਦਿਸਦੀ ਹੋਏ ਤੇ ਉਹਨੂੰ ਵੰਡੋਗੇ। ਜਿਹੜੀ ਸ਼ਕਤੀ ਅਹਿਸਾਸ ਕਰਨ ਵਾਲੀ ਹੈ, ਜਿਹੜੀ ਸ਼ਕਤੀ ਮਹਿਸੂਸ ਕਰਨ ਵਾਲੀ ਹੈ, ਮਹਿਸੂਸ ਵੀ ਕੌਣ ਕਰਦਾ? ਇਹ ਜੋਤ। ਸਰੀਰ ਨਹੀਂ ਕਰਦਾ। ਇਹਨਾਂ ਅੱਖਾਂ ਨਾਲ ਜੋ ਵੀ ਤੁਸੀਂ ਵੇਖਦੇ ਹੋ ਖਤਮ ਹੋ ਜਾਣਾ। ਜੋ ਦਿਸੈ ਸੋ ਸਗਲ ਬਨਾਸੀ, ਸਭ ਖਤਮ ਹੋ ਜਾਣਾ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣਾ। ਜਿੰਨੇ ਕਦੇ ਖਤਮ ਨਹੀਂ ਹੋਣਾ। ਉਹ ਕੇਵਲ ਤੇ ਕੇਵਲ ਇੱਕੋ ਸ਼ਕਤੀ ਹੈ, ਔਰ ਉਹੀ ਸ਼ਕਤੀ ਸਾਕਾਰ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੁੰਦੀ ਹੈ। ਔਰ 1390 ਜੋ ਅੰਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਉਹਦੇ ਵਿੱਚ ਸਾਫ਼ ਤੇ ਸਪਸ਼ਟ ਮਹਾਰਾਜ ਕਹਿ ਰਹੇ ਨੇ, ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਇੱਕੋ ਜੋਤ ਹੈ, ਜੋਤ ਸਾਇਆ ਜੁਗ ਸਾਇਆ ਸਕਾਇਆ ਫਿਰ ਪਲਟੀ। ਔਰ ਫਿਰ ਕਹਿੰਦੇ ਨੇ ਕਿ ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਇਹ ਅਕਾਲ ਪੁਰਖ ਪਰਮਾਤਮਾ ਇੱਕ ਵੱਖੋ ਵੱਖ ਰੂਪ ਬਣਾ ਕੇ ਸੰਸਾਰ ਵਿੱਚ ਪ੍ਰਗਟ ਹੋਇਆ। ਔਰ ਮੈਂ ਉਹ ਕਈ ਵਾਰੀ ਤੁਹਾਨੂੰ ਸਟੋਰੀ ਸੁਣਾਉਂਦਾ ਹੁਣ। ਕਈ ਲੋਕ ਕਹਿੰਦੇ ਨੇ ਫਿਰ ਪਰਮਾਤਮਾ ਨੂੰ ਬੰਦਾ ਬਣਨ ਦੀ ਕਿਉਂ ਲੋੜ ਹੈ? ਜਿੰਨੇ ਗੁਰੂ ਆਏ ਮਾਂ ਦੇ ਪੇਟ ਚੋਂ ਆਏ, ਉਹਨਾਂ ਨੂੰ ਕੀ ਲੋੜ ਸੀ ਫਿਰ? ਚਾਹੇ ਉਹ ਪਿਤਾ ਕਾਲੂ ਦੇ ਗ੍ਰਹਿ ਜਨਮ ਲਿਆ, ਚਾਹੇ ਮਹਾਰਾਜ ਸੰਤੋਖ ਜੀ ਦੇ ਲਿਆ, ਲੇਕਿਨ ਉਹ ਕਿਉਂ ਆਏ? ਸਾਧ ਸੰਗਤ ਉਹ ਆਉਂਦੇ ਨੇ ਭਲਾ ਕਰਨ, ਪਰਉਪਕਾਰ ਕਰਨ। ਤੁਸੀਂ ਇਸ ਪਾਸੇ ਨਹੀਂ ਜਾਣਾ ਕਿ ਕਈ ਠੱਗ ਨੇ। ਠੱਗ ਤੇ ਹੈ ਨੇ। ਇਹ ਤੇ ਮਹਾਰਾਜ ਰਵਿਦਾਸ ਜੀ ਦੇ ਵੇਲੇ ਵੀ ਭਰਿਆ ਪਿਆ ਸੀ, ਸਾਰਾ ਦਾ ਸਾਰਾ ਕਾਸ਼ੀ ਭਰਿਆ ਪਿਆ ਸੀ, ਠੱਗਾਂ ਨਾਲ ਹੀ ਭਰਿਆ ਸੀ।
गल साढ़े त्रै ते धोतियां तेरे पाए न तग, गली जिना जप मालियां होठ ते लोटे हथ ने बग, हर के संत ना आखियां नो बनारस के ठग। ਇਹ ਵੀ ਪਾਣੀ श्री गुरु ग्रंथ साहब जी ਦੇ बनारसी ठग ने, बनारस ਚ ਜੋ ਰਹਿੰਦੇ ਸੀ। सतगुरु रविदास जी ਦੇ ਵੇਲੇ ਵੀ ਬੜੇ ਠੱਗ ਸਨ। ਇਸ ਵਾਸਤੇ ਸਾਨੂੰ ਹੁਣ ਵੀ ਘਬਰਾਉਣ ਦੀ ਲੋੜ ਨਹੀਂ ਕਿ ਜ਼ਿਆਦਾ ਠੱਗ ਹੀ ਇਕੱਠੇ ਹੋਏ। ਅਸੀਂ ਸੱਚ ਦੀ ਪ੍ਰਾਪਤੀ ਕਰਨੀ ਹੈ। ਤੁਸੀਂ ਸਾਰੇ, ਤੁਹਾਨੂੰ ਇਨਸਾਨ ਬਣਾਇਆ। ਸਾਧ ਸੰਗਤ, ਕਦੇ ਵੀ ਤੁਸੀਂ ਗੋਭੀ ਲੈਣ ਗਏ ਹੋਵੋ ਤੇ ਉਹਦੀ ਜਗ੍ਹਾ ਦੇ ਉੱਤੇ ਤੁਸੀਂ ਦਾਲ ਨਹੀਂ ਲਿਆਉਂਦੇ। ਦਾਲ ਨੂੰ ਕੋਈ ਗੋਭੀ ਨਹੀਂ ਕਹਿੰਦਾ। ਆਲੂ ਆਲੂ ਨੇ, ਤੁਹਾਨੂੰ ਪਤਾ ਆਲੂ ਕਿਹੋ ਜਿਹਾ ਹੁੰਦਾ। ਗੋਭੀ ਗੋਭੀ ਹੈ, ਬੈਂਗਣ ਬੈਂਗਣ। ਇਸੇ ਤਰ੍ਹਾਂ ਹੀ श्री गुरु गोबिंद सिंह जी महाराज ने, सतगुरु रविदास जी महाराज ने, सारे गुरुआं पीरां ने, जीसस क्राइस्ट ने, महात्मा बुद्ध जी ने हरी दी पूरी तरह से डिफाइन कर दिता है। हरी दी पूरी तरह वो किहो जिहा है, वो सारा दस दिता सानू। परमात्मा इहो जिहा ना भी अगे जाओ तो मूल मंत्र ही सानू सारा दस दिंदा। मूल मंत्र दे विच भी पिछे जे मेरे फुफड़ जी पूरे हो गए तो संस्कार ते 10 वारी मूल मंत्र पढ़िया गया। काश कि एक बारी ये मूल मंत्र वाले नू जान लिया जाए। जड़ा एक ओंकार है, जड़ा सतनाम है, जड़ा करता पुरख है, जड़ा निरभौ है, निर्वैर है, जड़ा काल तो रहत है, अकाल मूरत है, जूना तो रहत है, जूनी सह भंग है, और गुर प्रसाद गुरु की कृपा नाल जप है, जिन्हों जानिया जा सकता। केड़ा? जड़ा आद सच है, जुगाद सच है भी सच, नानक होसी भी सच। अज दे सत्संग विच दास चाहता है कि साडी गल क्लीयर हो जाए मना चो। किसी सियासतदान दे पिछे लगन की लोड़ नहीं, अमृत बाणी दे पिछे लगन की लोड़ है। श्री गुरु ग्रंथ साहब जी की बाणी जो कहती है वह करन की लोड़ है। और श्री गुरु ग्रंथ साहब जी महाराज की बाणी वो सानू भिन्न भेद खत्म करती है। ये शब्द सानू दसदा है, कोई तुहानू भरम पाए, कृष्ण भगवान होर सी, राम होर सी, श्री गुरु नानक देव जी, ना ना, शरीरां दे फर्क सन, वो तो होणगे। ये प्रकृति का विधान है, ये अकाल पुरख ने आपे विधान बनाए। श्री गुरु नानक देव जी की फोटो देखो होर है, श्री गुरु अंगद देव जी की होर है, श्री गुरु अमरदास जी की होर है, गुरु रामदास जी की होर है, गुरु अर्जन देव जी की होर है, गुरु हरगोबिंद जी की होर है, गुरु हर राय। शरीर ते फर्क सन, ਉਹਦੇ ਵਿੱਚ अंतर, क्योंकि ये विधान अकाल पुरख का बने। लेकिन गल ते है जोत की, गल है शिक्षा। शिक्षा वही है, जोत वही है। और श्री गुरु ग्रंथ साहब जी की पावन बाणी ये साडे भरम कढ़दी है कि भाई श्री गुरु राज अबचल अटल आदि पुरख फरमाए ना। सारे ने जड़ा अटल है, जड़ा आदि पुरख है, जड़ा आद सच जुगाद सच है, उस दे नाल सानू सारियां नू जोड़िया है। और फिर कहते गुण गावे रविदास भगत जयदेव, भगत जयदेव त्रिलोचन। यानी ये सारे गुरु जिन्ने भी होए ने, सतगुरु रविदास जी दे वेले कबीर जी लगाओ, जयदेव जी लगाओ, त्रिलोचन जी लगाओ, इन्हां सारे ने ओही रमज दिती, उसे हरि दे नाल, उसे रब दे नाल सब नू जोड़िया, जिहड़ा एक है। किसी ने भी ये नहीं किया कि मेरे को कोई होर ज्ञान है। हर एक ने यही कहा कि एक परमात्मा है, एक हरि है। और वो केड़ा है? जिहदा चक्कर चेन जात पात नहीं है। चक्कर चेन और जात पात को कह न, और रूप रंग रेख पे को कह न सके। अचल मूर्त अनुभव प्रकाश हम तोज कहे।
ਇਹ ਅਚਲ ਮੂਰਤ ਹੈ। ਸਾਰੀ ਦੀ ਸਾਰੀ ਪ੍ਰਕਿਰਤੀ ਇਹਦੇ ਵਿੱਚ ਚੱਲਦੀ ਹੈ ਪਈ, ਚਲਾਏਮਾਨ ਹੈ, ਲੇਕਿਨ ਇਹ ਮਾਲਕ ਖਾਲਕ ਆਪ ਅਚਲ ਹੈ, ਅਚਲ ਮੂਰਤ। ਅਨੁਭਵ ਪ੍ਰਕਾਸ਼ ਅਮਤੂਜ ਕਹਿ ਜੇ, ਕੋਟ ਇੰਦਰ ਨਾਰਾਇਣ ਸਾਸਾਨ ਕਰੇ। ਇਹਦੇ ਬਾਰੇ ਹੀ, ਇਸ ਹਰੀ ਦੇ ਬਾਰੇ ਜਿਹਨੂੰ ਅਚਲ ਕਿਹਾ ਗਿਆ, ਉਹ ਅਬਚਲ ਜਿਹੜਾ ਹੈ, ਉਹਦੇ ਬਾਰੇ ਕਿਹਾ ਹੈ, ਧਰਨਮਾਏ ਗਗਨ ਪਿਆਲ, ਧਰਤੀ ਤੇ ਆਕਾਸ਼ ਦੇ ਵਿੱਚ ਵਿਆਪਕ ਹੈ। ਆਕਾਸ਼ ਸਾਨੂੰ ਦਿਸਦਾ ਨੀਲਾ ਨੀਲਾ ਹੈ, ਕੁਝ ਨਹੀਂ, ਨਜ਼ਰ ਹੀ ਹੈ। ਧਰਨਮਾਏ ਗਗਨ ਪਿਆਲ, ਸਰਬ ਲੋਕ ਪੂਰਨ ਪ੍ਰਿਤਪਾਲ। ਸਾਰੀ ਪ੍ਰਕਿਰਤੀ ਦਾ, ਕੇਵਲ ਪੰਜਾਬੀਆਂ ਦਾ ਨਹੀਂ, ਕੇਵਲ ਯੂਪੀ ਵਾਲਿਆਂ ਦਾ ਨਹੀਂ, ਸਰਬ ਲੋਕ। ਜਦੋਂ ਇਹ ਬਾਣੀ ਲਿਖੀ ਗਈ ਉਸ ਵੇਲੇ ਇੰਨੀ ਆਬਾਦੀ ਨਹੀਂ ਸੀ, ਲੇਕਿਨ ਹੁਣ 7.5 ਅਰਬ ਦੀ ਤਕਰੀਬਨ ਆਬਾਦੀ ਹੈ। ਇਹ ਸਰਬ ਲੋਕ ਪੂਰਨ ਪ੍ਰਿਤਪਾਲ ਹੈ। ਕਿਸੇ ਇੱਕ ਦਾ ਨਹੀਂ, ਕਿਸੇ ਇੱਕ ਦੇਸ਼ ਦਾ ਨਹੀਂ, ਇੱਕ ਜ਼ਿਲ੍ਹੇ ਦਾ ਨਹੀਂ। ਪੰਜਾਬ ਦੇ ਮੇਰੇ ਖਿਆਲ ਪਹਿਲਾਂ ਤੇ 1300 ਨੂੰ ਜ਼ਿਲ੍ਹੇ ਵੱਧ ਗਏ ਨੇ। ਇਹ ਸਰਬ ਲੋਕ ਦਾ ਪ੍ਰਿਤਪਾਲ ਹੈ, ਸਰਬ ਲੋਕ ਪੂਰਨ ਹੈ। ਬਣ ਤ੍ਰਿਨ ਪਰਬਤ ਹੈ ਪਾਰ ਬ੍ਰਹਮ। ਹਰੀ ਜਿਹੜਾ ਇੱਕ ਜਗ੍ਹਾ ਹੋਵੇ ਉਹ ਹਰੀ ਨਹੀਂ ਹੋ ਸਕਦਾ। ਹਰੀ ਉਹ ਹੈ ਜਿਹੜਾ ਬਣਾ ਚ ਬਣ ਤ੍ਰਿਨ, ਤਿਨਕੇ ਦੇ ਨਾਲ ਹੈ। ਪਰਬਤ ਜਿਹੜਾ ਪਰਬਤਾਂ ਤੇ ਪਹਾੜਾਂ ਤੇ ਵੀ ਹੈ। ਬਣ ਤ੍ਰਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸੋ ਕਰਮ। ਅੱਗੇ ਸੁਣੋ, ਪਵਨ ਪਾਣੀ ਬੈਸੰਤਰ ਮਾਹੇ। ਇਹ ਹਰੀ ਜੋ ਹੈ ਪਾਣੀ ਦੇ ਵਿੱਚ ਵੀ ਹੈ, ਕਿਉਂ ਪਾਣੀ ਪੈਦਾ ਹੀ ਇਹਨੇ ਕੀਤਾ। ਪਵਨ ਦੇ ਵਿੱਚ ਵੀ ਇਹ ਪਵਨ ਪੈਦਾ ਹੀ ਇਹਨੇ ਕੀਤੀ। ਬੈਸੰਤਰ ਕਹਿੰਦੇ ਨੇ ਅੱਗ ਨੂੰ, ਅੱਗ ਦੇ ਵਿੱਚ ਵੀ ਇਹ, ਕਿਉਂਕਿ ਅੱਗ ਪੈਦਾ ਹੀ ਇਹਨੇ ਕੀਤੀ, ਇਹਦੇ ਵਿੱਚੋਂ ਹੋਈ। ਜੇ ਇਹ ਨਾ ਹੁੰਦਾ ਤੇ ਕੁਝ ਵੀ ਨਹੀਂ ਹੋ ਸਕਦਾ। ਪਵਨ ਪਾਣੀ ਬੈਸੰਤਰ ਮਾਏ, ਚਾਰ ਕੁੰਟ ਦੈਂ ਦਿਸ਼ਾ ਸਮਾਏ। 4 ਕੁੰਟਾਂ ਵਿੱਚ 10 ਦਿਸ਼ਾਵਾਂ ਵਿੱਚ, ਯਾਨੀ ਇੱਥੋਂ ਤੱਕ ਕਹਿਤਾ ਹੈ, ਖਾਲਕ ਬਿਨ ਖਾਲੀ ਨਹੀਂ ਸੂਈ ਧਰਨ ਕੋ ਥਾ। ਇਸ ਲਈ ਸਾਧ ਸੰਗਤ ਜੀ ਅੱਜ ਅਰਦਾਸ ਸੇ ਪ੍ਰਾਰਥਨਾ ਕਰਦਾ, ਬੇਨਤੀ ਕਰਦਾ, ਆਪਣੇ ਦਿਲਾਂ ਦੇ ਵਿੱਚੋਂ ਤਫਰਕੇ, ਵੈਰ ਵਿਰੋਧ, ਮੇਰ ਤੇਰ ਇਹ ਕੱਢ ਦਈਏ। ਕਿਉਂਕਿ ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। ਇਹੀ ਕਾਰਨ ਇੰਨੀਆਂ ਸਹੂਲਤਾਂ ਹੁੰਦੇ ਸੁਣਦੇ ਫਿਰ ਵੀ ਅੱਜ ਦੁਨੀਆ ਦੁਖੀ ਹੈ। ਤੁਸੀਂ ਘਰ ਘਰ ਜਾ ਕੇ ਦੇਖ ਲਓ, ਦੁਖੀ ਨੇ। ਘਰ ਘਰ ਦੇ ਅੱਗ, ਕੋਠੇ ਚੜ ਕੇ ਵੇਖਿਆ ਘਰ ਘਰ ਹੀ, ਮੈਂ ਜਾਣਾ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਕੋਠੇ ਚੜ ਕੇ ਵੇਖਿਆ ਘਰ ਘਰ ਹੀ ਹੋ। ਔਰ ਗੁਰਮੁਖੋ ਕਿਸੇ ਹੋਰ ਦੀ ਅੱਗ ਨਹੀਂ ਜੇ ਲਾਈ ਹੋਈ, ਬੰਦੇ ਦੀ ਆਪਣੀ ਲਾਈ ਹੋਈ ਹੈ। ਇਹ ਦੁਬਿਧਾ ਹੈ। ਲੋਕੀ ਜਾ ਕੇ ਰੱਬ ਦੇ ਕੋਲੋਂ ਮੰਗਦੇ ਨੇ, ਗੁਰੂਆਂ ਤੋਂ ਮੰਗਣਗੇ, ਸਾਧ ਸੰਗਤ ਗ੍ਰੰਥਾਂ ਤੋਂ ਮੰਗਣਗੇ। ਭਈ ਉਹਨਾਂ ਤੇ ਉਹ ਮੰਗ ਜੋ ਉਹਨਾਂ ਦਿੱਤਾ ਹੈ, ਉਹਨਾਂ ਪ੍ਰੇਮ ਦਿੱਤਾ ਹੈ, ਏਕਤਾ ਦਿੱਤੀ ਆ, ਜੋ ਮੈਂ ਤੁਹਾਨੂੰ ਦੱਸ ਰਿਹਾ। ਤੇ ਜਿੰਨੇ ਤਫਰਕੇ ਤੇ ਹੈ, ਮੇਰਾ ਗੁਰੂ ਹੈ ਤੇ ਮੇਰਾ ਸੰਤ ਹੈ। ਤੇ ਸਾਧ ਸੰਗਤ ਅੱਜ ਇੱਕ ਵੀਡੀਓ ਦੇਖੀ ਸੀ, ਕਿਸੇ ਨੇ ਪਾਈ ਕਿ ਉਹ ਬਜ਼ੁਰਗ ਤੇ ਹੋਰ ਜਿਹੜੇ ਪਾਠੀ ਸਨ, ਉਹਨਾਂ ਨੂੰ ਮਾਰ ਪੈ ਰਹੀ ਸੀ ਕਿ ਉਹਨਾਂ ਵਡੇਰਿਆਂ ਦੇ ਜਾ ਕੇ ਪਾਠ ਕੀਤਾ। ਸਾਧ ਸੰਗਤ ਚਲੋ ਗਲਤੀ ਕੀਤੀ, ਲੇਕਿਨ ਇਸ ਤਰੀਕੇ ਨਾਲ ਬਜ਼ੁਰਗਾਂ ਨੂੰ ਸਜ਼ਾ ਦੇਣੀ ਇਹ ਸ਼ੁਭ ਨਹੀਂ ਹੈ। ਜਿਹੜੇ ਪਾਠ ਕਰਾਉਂਦੇ ਨੇ ਉਹਨਾਂ ਵਿੱਚ ਜਾਗਰਤੀ ਲਿਆਉਣ ਦੀ ਲੋੜ ਹੈ। ਜਿਹੜੇ ਇਸ ਵਹਿਮ 'ਚ ਪੈਂਦੇ ਨੇ
ਕਿ ਜਿਹੜੇ ਸਾਡੇ ਮਰ ਖੱਪ ਗਏ ਨੇ, ਪਾਠ ਕਰਾਉਣ ਨਾਲ ਸ਼ਾਇਦ ਉਹਨਾਂ ਨੂੰ ਫਾਇਦਾ ਹੋਏਗਾ। ਉਹਨਾਂ ਨੂੰ ਜਾਗਰਤ ਕਰੋ ਕਿ ਜੀਂਦੇ ਜੀ ਕਰ ਲੋ ਜੋ ਕਰਨਾ, ਮਰਨ ਤੋਂ ਬਾਅਦ ਨਹੀਂ ਹੋਣਾ। ਲੱਖ ਪਏ ਪਾਠ ਕਰੋ ਕਰੋ ਬਨੰਤੀ ਸੁਰਮਿਰ ਮੀਤਾ ਸੰਤ ਟਹਿਲ ਕੀ ਬੇਲਾ। ਹੁਣ ਲਾਸ਼ ਨੇ ਕਿੱਥੋਂ ਟਹਿਲ ਕਰਨੀ ਹੈ ਸੰਤਾਂ ਦੀ? ਜਦ ਤੱਕ ਜਿਉਨੇ ਲਾਸ਼ ਤੇ ਆਪਣੇ ਆਪ ਸ਼ਮਸ਼ਾਨ ਭੂਮੀ ਚ ਨਹੀਂ ਪਹੁੰਚ ਸਕੀ ਤੇ ਸੇਵਾ ਕੀ ਕਰਨੀ ਹੈ? ਲਾਸ਼ ਨੂੰ ਤੇ 4 ਬੰਦੇ ਚੁੱਕ ਕੇ ਲਗਏ। ਆ ਚਲੋ ਵੱਖਰੀ ਗੱਲ ਹੈ, ਇੰਗਲੈਂਡ ਦੇ ਵਿੱਚ ਤੇ ਯੂਰਪ ਵਿੱਚ ਬਕਸੇ ਚ ਪਾ ਕੇ ਲੈ ਜਾਂਦੇ ਨੇ। ਇਸ ਵਾਸਤੇ ਇਹ ਗੱਲ ਪੱਕੀ ਸਾਰੇ ਨੋਟ ਕਰ ਲੋ ਕਿ ਜੋ ਵੀ ਕਰਨਾ ਜਿਉਂਦੇ ਜੀ ਕਰ ਸਕਦੇ, ਔਰ ਉਹਨਾਂ ਨੂੰ ਜਾਗਰਤ ਕਰੋ ਜਿਹੜੇ ਵਹਿਮਾਂ ਚ ਪਏ ਨੇ, ਭੁਲੇਖਿਆਂ ਚ ਪਏ ਨੇ। ਕਈ ਵਾਰੀ ਤੇ ਮੈਂ ਦੱਸਿਆ ਵੀ ਸ਼ਰਾਧ ਕਰਾਉਂਦੇ ਹੋ, ਉਹਦੇ ਪੰਡਤ ਜੀ ਨੇ ਖਾਣਾ, ਉਹਦੇ ਵਾਸਤੇ ਮਹਾਰਾਜ ਨੇ ਦੱਸਿਆ, ਬਾਣੀਆਂ ਚ ਲਿਖਿਆ ਪਿਆ, ਜਿਉਂਦਿਆਂ ਪਿਤਰ ਨਾ ਮਾਨੇ ਕੋਏ ਮੋਇਆ ਸ਼ਰਾਧ ਕਰਾਏ। ਜਿਉਂਦੇ ਨੂੰ ਚਾਹ ਪਾਣੀ ਦੇ ਦਿਓ। ਜਿਹੜੇ ਆਪ ਕਬਰਾਂ 'ਚ ਦੱਬੇ ਪਏ ਨੇ, ਔਰ ਉਹਨਾਂ ਨੂੰ ਤੇ ਫਲ ਮਿਲ ਚੁੱਕਾ ਹੈ, ਜਿਹੜੇ ਕਰਮ ਉਹ ਕੀਤੇ ਸੀ ਜਿਉਂਦਿਆਂ ਉਹਨਾਂ ਨੇ। ਜਿਉਂਦਿਆਂ ਜੇ ਤੇ ਉਹਨਾਂ ਇਹ ਕਰਮ ਕੀਤਾ ਸੀ ਕਿ ਸੰਤਾਂ ਦੀ ਟਹਿਲ ਕੀਤੀ ਸੀ, ਸੰਤਾਂ ਦੀ ਸੇਵਾ ਕੀਤੀ, ਸੰਤ ਟਹਿਲ ਕੀ ਬੇਲਾ ਜੇ ਉਹਨਾਂ ਨੇ ਫੜ ਲਿਆ ਸੀ, ਫਿਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਆਖਾਰ ਚਲੋ ਹਰਲਾ ਆ ਗਈ ਬਸ ਸੇਲਾ। ਫਿਰ ਤੇ ਉਹਨਾਂ ਦਾ ਅੱਗਾ ਵੀ ਸੇਲਾ, ਜਦ ਤੱਕ ਜਿਉਂਦੇ ਰਹਿਣਗੇ, ਜਿਉਂਦੇ ਸਨ ਤਦ ਤੱਕ ਵੀ ਸੇਲਾ ਹੀ ਸੇਲਾ ਸੀ। ਔਰ ਇਹ ਸਾਨੂੰ ਸੁਣਨ ਦੀ ਲੋੜ ਹੈ। ਹੁਣ ਜਿਹੜੇ ਜਿਉਂਦੇ ਆ, ਜਿਨ੍ਹਾਂ ਦੇ ਸਵਾਸ ਚੱਲਦੇ ਨੇ ਪਏ, ਆਉਦ ਘਟਿਆ ਦਿਨ ਸਰੇ ਨਾ ਰਹੇ, ਦਿਨ ਰਾਤ ਉਮਰ ਘਟ ਰਹੀ। ਇਸ ਲਈ ਫਰਕੇ ਪਾਣੇ ਛੱਡੋ। ਮਹਾਰਾਜ ਕਹਿੰਦੇ ਨੇ ਕਿ ਕਲਯੁਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਜੈਦੇਵ ਜੀ, ਤਰਲੋਚਨ ਜੀ, ਫਿਰ ਕਿ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ। ਔਰ ਇਹ ਸਾਰਿਆਂ ਨੇ ਹਰੀ ਦੀ ਕਥਾ ਕੀਤੀ, ਹਰੀ ਦੇ ਨਾਲ ਜੋੜਿਆ, ਹਰੀ ਦਾ ਹੀ ਗਿਆਨ ਦਿੱਤਾ ਸਾਰਿਆਂ ਨੇ। ਭਗਤ ਬੇਨ ਗੁਣ ਰਵੇ ਸਹਿਜ ਆਤਮ ਰੰਗ ਮਾਣੇ। ਔਰ ਇਸ ਵਾਸਤੇ ਗੁਰਮੁਖੋ ਪਿਆਰਿਓ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੇ। ਕਿਉਂਕਿ ਇੱਕ ਗੁਰੂ ਦੇ ਗਿਆਨ ਬਗੈਰ, ਗੁਰੂ ਦੇ ਗਿਆਨ ਬਿਨਾ ਹੋਰ ਕੁਛ ਨਹੀਂ ਜਾਣਦੇ। ਇਸ ਲਈ ਤਾਸੇ ਅਰਦਾਸ ਕਰਦਾ, ਵਹਿਮਾਂ ਭਰਮਾਂ ਨੂੰ ਛੱਡੋ, ਲੋਕਾਂ ਨੂੰ ਵੰਡਣਾ ਛੱਡੋ। ਇਹ ਸਾਰੇ ਗੁਰੂ ਪੀਰ ਅਵਤਾਰ ਜੋ ਸਾਨੂੰ ਸਿੱਖਿਆ ਦੇ ਗਏ ਨੇ, ਉਹ ਸਿੱਖਿਆ ਤੇ ਚੱਲੀਏ। ਭੇਡ ਚਾਲ, ਅੰਧ ਵਿਸ਼ਵਾਸ ਠੀਕ ਨਹੀਂ। ਅਮਰੀਕਾ ਦੇ ਵਿੱਚ ਰੈੱਡ ਇੰਡੀਅਨ ਸਨ ਪਹਿਲਾਂ, ਜਿਹੜੇ ਨੇਟਿਵ ਸਨ ਉੱਥੋਂ ਦੇ, ਉਹਨਾਂ ਵਿਚਾਰਿਆਂ ਨੂੰ ਹੁਣ ਇਹਨਾਂ ਨੇ ਬਹੁਤ ਸੀਮਤ ਜਿਹਾ ਕਰ ਦਿੱਤਾ। ਕੈਨੇਡਾ 'ਚ ਵੀ ਜੀ ਸਤੰਬਰ ਦਾ ਜਦੋਂ ਮਹੀਨਾ ਆਇਆ ਤੇ ਉਹ ਜਿਹੜੇ ਆਦੀਵਾਸੀ ਸਨ, ਪੁਰਾਣੇ ਨੇਟਿਵ ਸਨ, ਉਹਨਾਂ ਨੇ ਆਪਣੇ ਜਥੇਦਾਰ ਨੂੰ ਕਿਹਾ, ਜਿਹੜਾ ਉਹਨਾਂ ਦਾ ਲੀਡਰ ਸੀ, ਉਹਨੂੰ ਕਿਹਾ ਵੀ ਪਤਾ ਕਰ ਐਤਕੀ ਠੰਡ ਕਿੰਨੀ ਕੁ ਪੈਣੀ ਹੈ। ਹੁਣ ਪਹਿਲਾਂ ਤੇ ਆਪੇ ਅੰਦਾਜ਼ਾ ਲਾ ਲੈਂਦੇ ਹੁੰਦੇ ਨੇ, ਸਾਡੇ ਇੰਡੀਆ 'ਚ ਵੀ ਏਦਾਂ ਹੀ ਸੀ, ਪੰਜਾਬ ਪਹਿਲਾਂ। ਤੇ ਹੁਣ ਫਿਰ ਜਿਹੜੇ ਮੌਸਮ ਵਿਭਾਗ ਬਣ ਗਏ ਨੇ, ਔਰ ਉਹਨੇ ਵੀ, ਜਿਹੜਾ ਉਹਨਾਂ ਦਾ ਲੀਡਰ ਸੀ, ਉਹਨੇ ਕਿਹਾ ਵੀ ਚਲੋ ਮੌਸਮ ਵਿਭਾਗ ਤੋਂ ਫਾਇਦਾ ਲੈਂਦੇ ਆ। ਉਹਨੇ ਮੌਸਮ ਵਿਭਾਗ ਨੂੰ ਫੋਨ ਕੀਤਾ, ਕਹਿਣ ਲੱਗੇ ਵੀ ਐਤਕੀ ਠੰਡ ਕਿੰਨੀ ਕੁ ਪੈਣੀ ਹੈ। ਮੌਸਮ ਵਿਭਾਗ ਨੇ ਵੀ ਠੰਡ ਪਏਗੀ। ਜਦੋਂ ਉਹਨਾਂ ਨੇ ਕਿਹਾ ਠੰਡ ਪਏਗੀ, ਉਹਨੇ ਆਪਣੀ ਆ ਕੇ ਕਮਿਊਨਿਟੀ ਨੂੰ ਕਹਿ ਦਿੱਤਾ ਵੀ ਤੁਸੀਂ ਨਾ ਲੱਕੜਾਂ ਇਕੱਠੀਆਂ ਕਰ ਲਓ, ਠੰਡ ਪੈਣੀ ਜੇ। ਲੱਕੜਾਂ ਨਾਲ ਹੀ ਅੱਗੇ ਉਹ ਗਰਮ ਕਰਦੇ ਸਨ ਆਪਣੇ ਕੋਲ, ਕਿਉਂਕਿ ਕੈਨੇਡਾ ਵਿੱਚ, ਅਮਰੀਕਾ 'ਚ ਬਰਫ਼ ਵੀ ਬਹੁਤ ਪੈਂਦੀ ਹੈ। ਔਰ ਫਿਰ ਜਦੋਂ ਅਕਤੂਬਰ ਦਾ ਮਹੀਨਾ ਆਇਆ, ਲੋਕਾਂ ਕਿਹਾ ਫਿਰ ਪਤਾ ਕਰ ਲਓ ਇੱਕ ਵਾਰੀ। ਤੇ ਉਹਨੇ ਫੋਨ ਕੀਤਾ ਮੌਸਮ ਵਿਭਾਗ ਨੂੰ ਵੀ ਭਾਈ ਕਿੰਨੀ ਕੁ ਠੰਡ ਪੈਣੀ ਹੈ।
ਉਹਨਾਂ ਕਿਹਾ ਕਿ ਬਹੁਤ ਪੈਣੀ ਹੈ, ਬਹੁਤ ਪੈਣੀ। ਉਹਨੇ ਆ ਕੇ ਫਿਰ ਕਹਿਤਾ ਵੀ ਬਹੁਤ ਪੈਣੀ ਜੀ, ਚੰਗੀ ਤਰ੍ਹਾਂ ਲੱਕੜਾਂ ਇਕੱਠੀਆਂ ਕਰ ਲਓ, ਹੋਰ ਕਰ ਲਓ। ਹੋਰ ਕਰ ਲਈਆਂ। ਨਵੰਬਰ ਦਾ ਮਹੀਨਾ ਚੜ੍ਹਨ ਲੱਗਾ, ਉਹਨੇ ਫਿਰ ਫੋਨ ਕੀਤਾ। ਉਹਨਾਂ ਕਿਹਾ ਵੀ ਬਹੁਤ ਠੰਡ ਪੈਣੀ, ਕਹਿੰਦੇ ਐਤਕੀ ਬਹੁਤ ਹੀ ਠੰਡ ਪੈਣੀ। ਔਰ ਉਹਨੇ ਲੋਕਾਂ ਨੂੰ ਕਹਿਤਾ ਵੀ ਜਿੱਥੇ ਜਿੱਥੇ ਵੀ ਤੁਹਾਨੂੰ ਲੱਕੜ ਮਿਲਦੀ ਹੈ ਇਕੱਠੀ ਕਰ ਲਓ, ਵੀ ਮੌਸਮ ਵਿਭਾਗ ਪੈਂਦਾ ਵੀ ਬੜੀ ਠੰਡ ਪੈਣੀ, ਬੜੀ ਠੰਡ ਪੈਣੀ। ਉਹਨਾਂ ਨੇ ਜਿੱਥੋਂ ਵੀ ਕਿਤੋਂ ਲੱਕੜ ਮਿਲੀ ਕਰ ਲਈ ਇਕੱਠੀ, ਕਰ ਲਈ ਇਕੱਠੀ। ਤੇ ਫਿਰ ਉਹਨੇ ਫੋਨ ਕੀਤਾ ਉਹਨਾਂ ਨੂੰ, ਕਹਿਣ ਲੱਗੇ ਵੀ ਤੁਸੀਂ ਕਹਿੰਦੇ ਹੋ ਬੜੀ ਠੰਡ ਪੈਣੀ ਹੈ, ਵੀ ਤੁਹਾਨੂੰ ਕਿਵੇਂ ਪਤਾ ਲੱਗਾ ਬੜੀ ਠੰਡ ਪੈਣੀ? ਮੌਸਮ ਵਿਭਾਗ ਵਾਲੇ ਕਹਿੰਦੇ ਉਹ ਜਿਹੜੇ ਰੈੱਡ ਇੰਡੀਅਨ ਨੇ ਨਾ, ਉਹ ਬਹੁਤ ਲੱਕੜਾਂ ਇਕੱਠੀਆਂ ਕਰ ਰਹੇ ਨੇ, ਇਸ ਵਾਸਤੇ ਉਹਦੇ ਤੋਂ ਹੀ ਅੰਦਾਜ਼ਾ ਲਾਇਆ ਕਿ ਬੜੀ ਠੰਡ ਪੈਣੀ। ਉਹ ਉਹਨਾਂ ਨੂੰ ਪੁੱਛ ਕੇ ਕਰੀ ਜਾਂਦੇ ਲੱਕੜਾਂ ਇਕੱਠੀਆਂ, ਤੇ ਉਹ ਉਹਨਾਂ ਦੀ ਲੱਕੜਾਂ ਇਕੱਠੀਆਂ ਕਰਨੀਆਂ ਵੇਖ ਕੇ ਉਹ ਲੋਕਾਂ ਨੂੰ ਦੱਸੀ ਜਾਂਦੇ। ਇਸ ਲਈ ਸੰਤ ਜਨੋ, ਦਾਸ ਦਾ ਅੱਜ ਦਾ ਇਹ ਸਤਸੰਗ ਕਰਨ ਦਾ ਮਕਸਦ ਇਹ ਹੈ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰਮਾਇਆ ਕਿ ਸਾਰੇ ਹੀ ਮਹਾਂਪੁਰਸ਼ਾਂ ਨੇ ਜੋ ਵੀ ਇੱਕੋ ਧਿਆਨ ਲਗਾਇਆ, ਸਾਡਾ ਇੱਕੋ ਪਾਸੇ ਸਾਰਿਆਂ ਨੂੰ ਜੋੜਿਆ। ਸੁਖਦੇਵ ਪ੍ਰੀਖਿਤ ਗੁਣ ਗਾਵੇ, ਗੌਤਮ ਰਿਸ਼ੀ ਜਸ ਗਾਇਓ। ਸੁਖਦੇਵ ਸਵਾਮੀ ਜਿਹਦੇ ਬਾਰੇ ਬੜਾ ਮਸ਼ਹੂਰ ਹੈ, ਔਰ ਵਿਆਸ ਦਾ ਪੁੱਤਰ ਸੀ, ਰਿਸ਼ੀ ਵਿਆਸ ਦਾ, ਜਿਨ੍ਹਾਂ ਨੇ ਸ਼੍ਰੀਮਦ ਭਗਵਤ ਗੀਤਾ ਲਿਖੀ, ਜਿਨ੍ਹਾਂ ਨੇ ਸ਼੍ਰੀਮਦ ਭਾਗਵਤ ਲਿਖੇ, ਉਹਨਾਂ ਦਾ ਉਹ ਸੁਪੁੱਤਰ ਸੀ। ਔਰ ਉਹਦੇ ਨਾਲ ਹੀ ਉਹਨਾਂ ਰਾਜਾ ਪ੍ਰੀਖਿਤ ਨੂੰ ਕਹਿੰਦੇ ਕਿ ਇਹ ਪ੍ਰੀਖਿਤ ਦਾ ਵੀ ਨਾਂ ਜੇ ਇਹਦੇ ਚ, ਕਹਿੰਦੇ ਉਹਨਾਂ ਨੇ ਫਿਰ ਪ੍ਰੀਖਿਤ ਨੂੰ ਵੀ ਇਹ ਪਾਸੇ ਲਾਇਆ। ਉਹ ਗਾਇਆ ਕਬ ਕਲ ਸੁਜਸ ਨਾਨਕ ਗੁਰ ਨਿਤ ਵਰਤਨ, ਨਵਤਨ ਜਗ ਪਾਇਓ। ਇਸ ਵਾਸਤੇ ਗੁਰਮੁਖੋ ਪਿਆਰਿਓ, ਆਓ ਅਸੀਂ ਪੀਰਾਂ ਫਕੀਰਾਂ ਨੂੰ, ਮਹਾਂਪੁਰਸ਼ਾਂ ਨੂੰ ਵੰਡਣਾ ਬੰਦ ਕਰੀਏ ਔਰ ਆਪਣੇ ਆਪ ਨੂੰ ਇਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜੀਏ, ਇੱਕ ਮਾਲਕ ਦੇ ਨਾਲ ਜੋੜੀਏ। ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਹੈ। ਵੰਡਣਾ ਇਨਸਾਨੀਅਤ ਨੂੰ, ਇਸ ਤੋਂ ਵੱਡਾ ਕੋਈ ਕੁਕਰਮ ਨਹੀਂ ਹੈ। ਔਰ ਵੰਡਣਾ ਗੁਰੂਆਂ ਪੀਰਾਂ ਨੂੰ, ਇਸ ਤੋਂ ਵੱਡਾ ਕੋਈ ਪਾਪ ਨਹੀਂ। ਕਿਸੇ ਕੋਲ ਹੋਰ ਕੋਈ ਫਿਲਾਸਫੀ ਹੋਏ, ਉਹ ਦਾਸ ਵੀ ਸਮਝਣਾ ਚਾਹੇਗਾ, ਕਿਉਂਕਿ ਜਦੋਂ ਸਾਰਿਆਂ ਨੇ ਇੱਕੋ ਹੀ ਮੈਸੇਜ ਦਿੱਤਾ ਹੈ, ਏਕ ਕੋ ਜਾਨੋ, ਏਕ ਕੋ ਮਾਨੋ ਔਰ ਏਕ ਹੋ ਜਾਓ। ਇੱਕ ਹੋਣ ਦਾ ਹੋਰ ਕੋਈ ਤਰੀਕਾ ਹੀ ਨਹੀਂ ਹੈ। ਇਨਸਾਨ ਦੀ ਪੂਜਾ ਕਰਨਾ, ਇਨਸਾਨ ਨੂੰ ਕਿਸ ਤਰ੍ਹਾਂ ਪਿਆਰ ਕਰਨਾ, ਇਨਸਾਨ ਦਾ ਸਾਥ ਦੇਣਾ, ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ। ਰੱਬ ਨੂੰ ਹਾਜ਼ਰ ਨਾਜ਼ਰ ਮੰਨਣਾ, ਇਸ ਤੋਂ ਵੱਡਾ ਧਰਮ ਨਹੀਂ। ਸੰਤ ਜਨਾਂ ਦੀ ਸੇਵਾ ਬਾਝੋਂ ਚੰਗਾ ਕੋਈ ਕਰਮ ਨਹੀਂ। ਸੰਤਾਂ ਦੀ ਸੇਵਾ ਤੋਂ ਇਲਾਵਾ ਬਾਕੀ ਕਰਮ ਸਭ ਝੂਠੇ ਦੱਸੇ ਗਏ ਨੇ। ਇਸੇ ਵਾਸਤੇ ਹੀ ਇਹ ਸ਼ਬਦ ਪੜ੍ਹਿਆ ਜਾਂਦਾ ਹੈ, ਕਰੋ ਬੁਲੰਦ ਤੁਸੀਂ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਆਂ ਖਾੜ ਚਲੋ ਹਰ ਲਾਹਾ, ਆਗੇ ਬਸੰਤ ਸਹੇਲਾ, ਔਦ ਘਟੈ ਦਿਨ ਸਰੇ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਇਹ ਸੰਸਾਰ ਵਿਕਾਰ ਸੰਸੇ में ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਵੇ ਪਿਆਵੇ ਇਹ ਰਸ, ਅਕਥ ਕਥਾ ਤਿਨ ਜਾਨੀ, ਚਾਂਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਪੌੜ ਨਾ ਹੋਏ ਗੋ ਫੇਰਾ। ਇਹ ਨਿਜ ਘਰ ਦੀ ਪ੍ਰਾਪਤੀ। ਨਿਜ ਘਰ ਕਿਹੜਾ ਹੈ? ਇਸ ਜੋਤ ਦਾ। ਸਰੀਰ ਦਾ ਜਿਹੜਾ ਜੇ, ਉਹ ਤੁਸੀਂ ਭਾਵੇਂ ਜਲਾ ਦਿਓ ਤੇ ਭਾਵੇਂ ਦਫਨਾ ਦਿਓ, ਉਹ ਆਟੋਮੈਟਿਕ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਪੰਜ ਤੱਤ ਪੰਜਾਂ ਤੱਤਾਂ ਵਿੱਚ ਮਿਲ ਜਾਣੇ ਨੇ। ਮਿੱਟੀ ਮਿੱਟੀ ਵਿੱਚ ਮਿਲ ਜਾਣੀ, ਜਲ ਜਲ ਵਿੱਚ ਮਿਲ ਜਾਣਾ, ਅਗਨੀ ਅਗਨੀ 'ਚ ਮਿਲ ਜਾਣੀ ਹੈ, ਵਾਯੂ ਵਾਯੂ 'ਚ ਮਿਲ ਜਾਣੀ, ਆਕਾਸ਼ ਆਕਾਸ਼ 'ਚ। ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਲੇਕਿਨ ਆ ਜਿਹੜੀ ਜੋਤ ਹੈ, ਜਿਹੜਾ ਮੇਰਾ ਅਸਲ ਸਰੂਪ ਹੈ, ਇਸ ਨੂੰ ਅਸਲ ਸਰੂਪ ਦੇ ਨਾਲ ਮਿਲਾਉਣ ਵਾਸਤੇ ਸਾਨੂੰ
ਯਤਨ ਕਰਨਾ ਪੈਂਦਾ। ਔਰ ਯਤਨ ਕਿਹੜਾ ਕਰਨਾ ਪੈਂਦਾ? ਕੋਈ ਹੈ ਸੰਤ ਟਹਿਲ ਕੀ ਬੇਲਾ, ਐਸੀ ਆਵਾਜ਼ ਦੇਣੀ ਪੈਂਦੀ ਹੈ, ਕੋਈ ਜਨ ਹਾਸਿਓਂ ਦੇਵੇ ਜੋੜ, ਚਰਨ ਗਹੂੰ ਬਕੂੰ ਸ਼ੁਭ ਰਸਨਾ, ਦੀਜੇ ਪ੍ਰਾਨ ਅਕੋਰ। ਕਿਸੇ ਐਸੇ ਸੱਜਣ ਦੀ ਖੋਜ ਕਰਨੀ, ਕਿਉਂਕਿ ਸੱਜਣ ਟੂਟ ਦਿਆਰ ਸੱਜਣ ਲਾਧਾ ਰਾਮ। ਐਸੇ ਸੱਜਣ ਨੂੰ ਖੋਜਣਾ, ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਕੋਈ ਐਸਾ ਸੱਜਣ ਢੂੰਡਣਾ, ਸਤਿਗੁਰੂ ਰਵਿਦਾਸ ਜੀ ਦੀ ਬਾਣੀ ਤੇ ਅਮਲ ਕਰ ਲਓ ਤਾਂ ਵੀ ਸੱਜਣ ਢੂੰਡਣਾ ਪਏਗਾ। ਪਾਵਨ ਪਿੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸ਼੍ਰੀਮਦ ਭਗਵਤ ਗੀਤਾ ਦੀ ਬਾਣੀ, ਰਾਮਾਇਣ, ਅੰਜੀਲ, ਭਾਗਵਤ, ਜਿਤਨੇ ਵੀ ਧਰਮ ਸ਼ਾਸਤਰ ਨੇ, ਉਹਨੂੰ ਸਾਧ ਸੰਗਤ ਤੋਂ ਸਾਰੇ ਦੇ ਸਾਰੇ ਸਾਨੂੰ ਇੱਕੋ ਪ੍ਰੇਰਨਾ ਦਿੰਦੇ ਨੇ ਕਿ ਆਵਾਜ਼ ਦਿਓ ਕੋਈ ਜਨ ਹਾਸਿਓਂ ਦੇਵੇ ਜੋੜ, ਚਰਨ ਗਹੂੰ ਬਕੂੰ ਸ਼ੁਭ ਰਸਨਾ, ਦੀਜੇ ਪ੍ਰਾਣ ਅਕੋਰ। ਕੋਈ ਸੱਜਣ ਐਸਾ ਮਿਲ ਜੇ ਜਿਹੜਾ ਮੈਨੂੰ ਇੱਕ ਦੇ ਨਾਲ ਜੋੜ ਦੇ, ਤਾਂ ਕਿ ਮੇਰੇ ਮਨ ਦੇ ਵਿੱਚੋਂ ਵਿਕਾਰ ਖਤਮ ਹੋ ਜਾਣ, ਜਿਹੜੇ ਭਰਮ ਭੁਲੇਖੇ ਨੇ ਖਤਮ ਹੋ ਜਾਣ, ਜਾਤੀ ਪਾਤੀ ਖਤਮ ਹੋ ਜੇ, ਊਚ ਨੀਚ ਖਤਮ ਹੋ ਜੇ, ਧਰਮਾਂ ਦੀਆਂ ਵੰਡੀਆਂ ਖਤਮ ਹੋ ਜਾਣ। ਸਾਰੇ ਗੁਰੂਆਂ ਪੀਰਾਂ ਨੂੰ ਮੈਂ ਆਪਣਾ ਮੰਨਾਂ। ਸਤਿਗੁਰੂ ਰਵਿਦਾਸ ਜੀ ਸਿਰਫ ਤਾਂ ਹੀ ਖੁਸ਼ ਹੋਣਗੇ, ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਹੀ ਖੁਸ਼ ਹੋਣਗੇ ਜੇ ਅਸੀਂ ਇਸ ਤੇ ਜੀਵਨ ਬਣਾਵਾਂਗੇ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੋ ਕੌਣ ਮੰਦੇ। ਦਾਸ ਪਾਸੋਂ ਜੋ ਤੁਹਾਡੇ ਪਾਸੋਂ ਸਾਧ ਸੰਗਤ ਚੋਂ ਸਿੱਖਿਆ ਉਹੀ ਸ਼ੇਅਰ ਕਰਦਾ ਹਾਂ। ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਏ, ਆਪ ਸਾਰੇ क्षमा ਕਰਨਾ, ਅਣਜਾਣ ਹਾਂ। ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ।